ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਵੀਡੀਓ ਵਿੱਚ ਪੀਐਸ ਟੈਟ 2024 ਜੋ ਪ੍ਰੀਖਿਆ ਦਸੰਬਰ 1 ਨੂੰ ਕੰਡਕਟ ਕਰਵਾਈ ਜਾਣੀ ਹੈ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ। ਇਹ ਵੀਡੀਓ ਤੁਹਾਡੇ ਪੇਪਰ 1 ਅਤੇ ਪੇਪਰ 2 ਦੋਨਾਂ ਲਈ ਹੀ ਯੂਸਫੁਲ ਹੈ। ਜੇਕਰ ਤੁਹਾਡੀ ਤਿਆਰੀ ਜ਼ੀਰੋ ਹੈ ਐਂਡ ਤੁਸੀਂ ਇਹਨਾਂ ਵੀਡੀਓਜ਼ ਨੂੰ ਦੇਖਦੇ ਹੋ ਐਂਡ ਸਮਝਦੇ ਹੋ ਤਾਂ ਤੁਹਾਡੇ ਪੀਐਸ ਟੈਟ ਦੇ ਵਿੱਚ ਜਿਹੜੇ ਨੰਬਰ ਨੇ ਜੀ ਉਹ ਵਧਣਗੇ। ਨੰਬਰ ਵਧਣ ਦੇ ਨਾਲ ਤੁਹਾਡੇ ਪੇਪਰ ਕਲੀਅਰ ਹੋਣ ਦੇ ਚਾਂਸਸ ਵੀ ਜ਼ਿਆਦਾ ਹੋ ਜਾਣਗੇ। ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਐਂਡ ਜਦੋਂ ਮੈਂ ਇੱਥੇ ਪ੍ਰਸ਼ਨ ਤੁਹਾਡੇ ਸਾਹਮਣੇ ਓਪਨ ਕਰੂੰਗਾ ਕੋਸ਼ਿਸ਼ ਕਰਿਓ ਕਿ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪਹਿਲਾਂ ਹੀ ਜਵਾਬ ਲਿਖ ਦਿਓ ਮੇਰੇ ਕੁਐਸਚਨ ਰੀਡ ਕਰਨ ਤੋਂ ਬਾਅਦ, ਕਿਉਂਕਿ ਇਹਨਾਂ ਚੀਜ਼ਾਂ ਨਾਲ ਤੁਹਾਡਾ ਕੌਨਫੀਡੈਂਸ ਲੈਵਲ ਵੀ ਵਧੂਗਾ। ਸੋ ਅੱਜ ਦਾ ਆਪਣਾ ਪਹਿਲਾ ਪ੍ਰਸ਼ਨ ਹੈਗਾ ਆ ਜੀ, ਅ ਲਰਨਿੰਗ ਸਟ੍ਰੈਟਜੀ ਇਜ਼ ਅ। ਐਂਡ ਦੋਸਤੋ ਸੈਸ਼ਨ ਦੇ ਐਂਡ ਤੇ ਤੁਸੀਂ ਮੈਨੂੰ ਦੱਸਣਾ ਹੈ ਕਿ ਤੁਹਾਡੇ ਇੱਥੇ 10 ਵਿੱਚੋਂ ਕਿੰਨੇ ਨੰਬਰ ਬਣੇ ਨੇ। ਬਿਨਾਂ ਕਿਸੇ ਹੈਜ਼ਿਟੇਸ਼ਨ ਤੋਂ ਕਮੈਂਟ ਜ਼ਰੂਰ ਕਰ ਦਿਓ ਤੁਹਾਡੇ ਇੱਥੇ 10 ਵਿੱਚੋਂ ਕਿੰਨੇ ਨੰਬਰ ਬਣੇ ਨੇ। ਪਹਿਲਾ ਪ੍ਰਸ਼ਨ ਵੇਖੋ, ਅ ਲਰਨਿੰਗ ਸਟ੍ਰੈਟਜੀ ਇਜ਼ ਅ। ਸਿੱਖਿਆ ਦੀ ਰਣਨੀਤੀ ਹੈ। ਕੀ ਹੈ ਸਿੱਖਿਆ ਦੀ ਰਣਨੀਤੀ? ਪਲਾਨ ਫਾਰਮੂਲੇਟਡ ਬਾय ਸਟੂਡੈਂਟ ਟੂ ਅਚੀਵ ਅ ਲੌਂਗ ਟਰਮ ਗੋਲ। ਵਿਦਿਆਰਥੀ ਦੁਆਰਾ ਲੰਮੇ ਸਮੇਂ ਦੇ ਟੀਚੇ ਨੂੰ ਲੈ ਕੇ ਬਣਾਈ ਗਈ ਯੋਜਨਾ। ਜਾਂ ਫਿਰ ਆਪਸ਼ਨ ਨੰਬਰ ਬੀ, ਪਲਾਨ ਫਾਰਮੂਲੇਟਡ ਬਾय ਐਡਮਿਨਿਸਟ੍ਰੇਸ਼ਨ ਟੂ ਅਚੀਵ ਅ ਲੌਂਗ ਟਰਮ ਗੋਲ, ਕਿ ਪ੍ਰਸ਼ਾਸਨ ਦੁਆਰਾ ਲੰਮੇ ਸਮੇਂ ਦੇ ਟੀਚੇ ਨੂੰ ਲੈ ਕੇ ਬਣਾਈ ਗਈ ਯੋਜਨਾ। ਜਾਂ ਫਿਰ ਪਲਾਨ ਫਾਰਮੂਲੇਟਡ ਬਾय ਟੀਚਰ ਟੂ ਅਚੀਵ ਅ ਲੌਂਗ ਟਰਮ ਗੋਲ, ਕਿ ਅਧਿਆਪਕ ਦੁਆਰਾ ਲੰਮੇ ਸਮੇਂ ਦੇ ਟੀਚੇ ਨੂੰ ਲੈ ਕੇ ਬਣਾਈ ਗਈ ਯੋਜਨਾ। ਜਾਂ ਫਿਰ ਆਪਸ਼ਨ ਨੰਬਰ ਡੀ, ਪਲਾਨ ਫਾਰਮੂਲੇਟਡ ਬਾय ਮੈਨੇਜਮੈਂਟ ਟੂ ਅਚੀਵ ਅ ਲੌਂਗ ਟਰਮ ਗੋਲ, ਪ੍ਰਬੰਧਨ ਦੁਆਰਾ ਲੰਮੇ ਸਮੇਂ ਦੇ ਟੀਚੇ ਨੂੰ ਲੈ ਕੇ ਬਣਾਈ ਗਈ ਯੋਜਨਾ। ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਊਗਾ ਜੀ ਕਿ ਜਿਹੜੀ ਲਰਨਿੰਗ ਸਟ੍ਰੈਟਜੀ ਹੁੰਦੀ ਹੈ, ਲਰਨਿੰਗ ਸਟ੍ਰੈਟਜੀ ਨੂੰ ਤੁਸੀਂ ਕਹਿੰਦੇ ਹੋ ਕਿ ਜਿਹੜਾ ਪਲਾਨ ਫਾਰਮੂਲੇਟਡ ਕੀਤਾ ਗਿਆ ਵਿਦਿਆਰਥੀ ਦੁਆਰਾ ਲੰਮੇ ਸਮੇਂ ਦੇ ਟੀਚੇ ਨੂੰ ਲੈ ਕੇ ਜਿਹੜੀ ਬਣਾਈ ਗਈ ਯੋਜਨਾ ਹੁੰਦੀ ਹੈ ਐਂਡ ਇਹ ਪਰਸਨਲ ਹੁੰਦੀ ਹੈ। ਐਂਡ ਬਾਕੀ ਜਿਹੜੀਆਂ ਬੀ ਸੀ ਤੇ ਡੀ ਆਪਸ਼ਨਾਂ ਨੇ ਇਹਦੇ ਵਿੱਚ ਵਾਈਡਰ ਪਰਸਪੈਕਟਿਵ ਨੂੰ ਆਪਾਂ ਐਡ ਕਰਦੇ ਹੈਗੇ ਆ। ਟੀਚਰ ਵਾਲੀ ਲਾਈਨ ਤਾਂ ਚਲੋ ਵੈਸੇ ਹੀ ਕੱਟ ਹੋ ਜਾਣੀ ਆ। ਟੀਚਰ ਨੇ ਫਿਰ ਬੱਚਿਆਂ ਦੇ ਹਿਸਾਬ ਨਾਲ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਇੰਸਟਰਕਸ਼ਨ ਦੇਣੀਆਂ ਹੁੰਦੀਆਂ ਨੇ। ਸੋ ਆਪਸ਼ਨ ਨੰਬਰ ਸੀ ਤਾਂ ਹੋ ਗਿਆ ਕੱਟ। ਬਾਕੀ ਆਪਸ਼ਨ ਨੰਬਰ ਬੀ ਤੇ ਡੀ ਇਹਦੇ ਵਿੱਚ ਵਾਈਡਰ ਪਰਸਪੈਕਟਿਵ ਦੀ ਗੱਲ ਕੀਤੀ ਜਾਂਦੀ ਹੈ। ਸੋ ਇਸ ਕਰਕੇ ਬੀ ਤੇ ਡੀ ਨੂੰ ਵੀ ਐਲੀਮੀਨੇਟ ਕਰ ਦੇਵਾਂਗੇ ਤੇ ਰਹਿ ਗਈ ਇੱਕ ਆਪਸ਼ਨ, ਆਪਸ਼ਨ ਨੰਬਰ ਏ। ਆਪਸ਼ਨ ਨੰਬਰ ਏ ਜਵਾਬ ਤੁਹਾਡਾ ਸਹੀ ਹੋਊਗਾ, ਕਿਉਂਕਿ ਇਹਦੇ ਵਿੱਚ ਲਰਨਿੰਗ ਸਟ੍ਰੈਟਜੀ ਦੇ ਵਿੱਚ ਪਲਾਨ ਬਣਾਇਆ ਜਾਂਦਾ ਆ ਸਟੂਡੈਂਟ ਦੁਆਰਾ ਤਾਂ ਜੋ ਲੰਮੇ ਸਮੇਂ ਦੇ ਟੀਚੇ ਨੂੰ ਕੰਪਲੀਟ ਕੀਤਾ ਜਾ ਸਕੇ। ਆਪਸ਼ਨ ਨੰਬਰ ਏ ਤੇ ਕਰ ਲਿਓ ਟਿਕ। ਐਂਡ ਦੋਸਤੋ ਇਸ ਕਲਾਸ ਦੀ PDF ਨੂੰ ਮੈਂ ਆਪਣੇ ਟੈਲੀਗ੍ਰਾਮ ਚੈਨਲ ਤੇ ਵੀ ਸ਼ੇਅਰ ਕਰ ਦਊਂਗਾ। ਡੋਰ ਸਟੈਪ ਐਜੂਕੇਸ਼ਨ ਪੁਆਇੰਟ ਉਸ ਚੈਨਲ ਦਾ ਨਾਮ ਹੈਗਾ, ਟੈਲੀਗ੍ਰਾਮ ਚੈਨਲ ਦੀ ਮੈਂ ਗੱਲ ਕਰ ਰਿਹਾ। ਨੈਕਸਟ ਕੁਐਸਚਨ ਤੇ ਆਉਨੇ ਆ। ਇਹ ਕੁਐਸਚਨ ਹੈਗਾ ਜੀ ਕਿ ਜਿਹੜਾ ਗਿਫਟਡ ਸਟੂਡੈਂਟ ਹੈਗਾ ਆ, ਅ ਗਿਫਟਡ ਸਟੂਡੈਂਟ ਇਜ਼ ਅਲਾਉਡ ਟੂ ਮੂਵ ਥਰੂ 2 grades level in a single year or to skip or grade level altogether or to enter high school or even college before the age typically its permit it stands for। ਇਹਦਾ ਮਤਲਬ ਇਹ ਹੈਗਾ ਆ ਕਿ ਇੱਕ ਹੋਣਹਾਰ ਵਿਦਿਆਰਥੀ ਆ, ਗਿਫਟਡ ਸਟੂਡੈਂਟ ਹੈਗਾ ਆ, ਨੂੰ 1 ਸਾਲ ਵਿੱਚ 2 ਜਮਾਤਾਂ ਕਰਨ ਜਾਂ ਇੱਕ ਕਲਾਸ ਨੂੰ ਪੂਰਨ ਤੌਰ ਤੇ ਛੱਡਣ ਜਾਂ ਹਾਈ ਸਕੂਲ ਜਾਣ ਜਾਂ ਉਮਰ ਤੋਂ ਪਹਿਲਾਂ ਕਾਲਜ ਜਾਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਸ ਨੂੰ ਕਹਿੰਦੇ ਕੀ ਹੋ? ਕੀ ਇਹ ਐਸਲਰੇਟਡ ਇੰਸਟਰਕਸ਼ਨ ਹੈ? ਕੀ ਇਹ ਐਨਰਿਚਮੈਂਟ ਇੰਸਟਰਕਸ਼ਨ ਹੈ? ਜਾਂ ਫਿਰ ਆਪਸ਼ਨ ਨੰਬਰ ਸੀ, ਡਿਫਰੈਂਸ਼ੀਏਟਡ ਇੰਸਟਰਕਸ਼ਨ। ਜਾਂ ਫਿਰ ਆਪਸ਼ਨ ਨੰਬਰ ਡੀ, ਟੀਚਰਸ ਇੰਸਟਰਕਸ਼ਨ। ਪੰਜਾਬੀ 'ਚ ਦੇਖ ਲਓ, ਤੇਜ਼ ਹਦਾਇਤ, ਸੰਪੰਨਤਾ ਹਦਾਇਤ, ਫਰਕ ਵਾਲੀ ਹਦਾਇਤ, ਅਧਿਆਪਕ ਦੀ ਹਦਾਇਤ। ਆਪਾਂ ਲਾਸਟ ਤੋਂ ਸ਼ੁਰੂ ਕਰਦੇ ਹਾਂ, ਸਾਰੀਆਂ ਆਪਸ਼ਨਾਂ ਨੂੰ ਸਮਝਾਂਗੇ ਐਂਡ ਮੇਰੇ ਜਵਾਬ ਦੇਣ ਤੋਂ ਪਹਿਲਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਹੀ ਜਵਾਬ ਲਿਖ ਦਿਓ। ਪਹਿਲਾ ਵੇਖੋ, ਟੀਚਰ ਇੰਸਟਰਕਸ਼ਨ। ਜੋ ਵੀ ਟੀਚਰ ਦੁਆਰਾ ਇੰਸਟਰਕਸ਼ਨ ਦਿੱਤੀਆਂ ਜਾ ਰਹੀਆਂ ਨੇ ਉਹਨੂੰ ਆਪਾਂ ਟੀਚਰਸ ਇੰਸਟਰਕਸ਼ਨ ਕਹਿੰਦੇ ਆ। ਸੋ ਕੀ ਇਹਦਾ ਜਵਾਬ ਹੋ ਸਕਦਾ ਆ? ਨਹੀਂ, ਇਹ ਨਹੀਂ ਹੈਗਾ ਜਵਾਬ। ਆਪਸ਼ਨ ਨੰਬਰ ਸੀ ਵੇਖੋ,
ਡਿਫਰੈਂਸ਼ੀਏਟਡ ਇੰਸਟਰਕਸ਼ਨ ਦੇ ਵਿੱਚ ਆਪਾਂ ਕੱਲੇ ਕੱਲੇ ਬੱਚੇ ਦੇ ਲਈ ਬੱਚਿਆਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਕੀ ਕਰਦੇ ਆ, ਇੰਸਟਰਕਸ਼ਨ ਤਿਆਰ ਕਰਦੇ ਹੈਗੇ ਆ। ਸੋ ਡਿਫਰੈਂਸ਼ੀਏਟਡ ਇੰਸਟਰਕਸ਼ਨ ਹੋ ਸਕਦਾ ਆ। ਚਲੋ ਵੇਖਦੇ ਆ। ਐਨਰਿਚਮੈਂਟ ਇੰਸਟਰਕਸ਼ਨ ਦੇ ਵਿੱਚ, ਐਨਰਿਚਮੈਂਟ ਇੰਸਟਰਕਸ਼ਨ ਦੇ ਵਿੱਚ ਜਾਂ ਫਿਰ ਸੰਪੰਨਤਾ ਹਦਾਇਤ ਦੇ ਵਿੱਚ ਆਪਾਂ ਬੱਚਿਆਂ ਨੂੰ, ਜਿਵੇਂ ਮੰਨ ਲਓ ਮੇਰੀ ਕਲਾਸ ਦੇ ਵਿੱਚ ਇੱਕ ਜਿਹੜਾ ਬੱਚਾ ਹੈਗਾ ਆ ਬੜਾ ਇੰਟੈਲੀਜੈਂਟ ਹੈ, ਤੇ ਮੈਂ ਕੀ ਕਰੂੰਗਾ, ਮੈਂ ਉਹਨੂੰ ਜ਼ਿਆਦਾ ਕਿਤਾਬਾਂ ਲਿਆ ਕੇ ਦਊਂਗਾ। ਜਿਵੇਂ ਕਿ ਕੁਝ ਰੈਫਰੈਂਸ ਬੁੱਕ ਹੁੰਦੀਆਂ ਨੇ, ਮੈਂ ਕਹੂੰਗਾ ਚੱਲ ਇਹ ਵੀ ਪੜ੍ਹ ਲੈ। ਮੈਂ ਉਹਨੂੰ ਹੋਰ ਨੋਟਸ ਵਗੈਰਾ ਪ੍ਰਿੰਟ ਕਰਵਾ ਕੇ ਦਊਂਗਾ। ਮੈਂ ਕਹੂੰਗਾ ਤੂੰ ਕਿਤਾਬ ਪੜ੍ਹ ਲਈ, ਉਹਨੇ ਕਿਹਾ ਹਾਂ ਪੜ੍ਹ ਲਈ, ਤੇ ਮੈਂ ਉਹਨੂੰ ਹੋਰ ਐਕਸਟਰਾ ਮਟੀਰੀਅਲ ਦਊਂਗਾ ਤਾਂ ਜੋ ਉਹਦੇ ਗਿਆਨ ਵਿੱਚ ਵਾਧਾ ਕੀਤਾ ਜਾ ਸਕੇ। ਜਿਵੇਂ ਮੈਥ ਟੀਚਰ ਹੈਗਾ ਆ, ਤੇ ਮੈਂ ਉਹਨੂੰ ਹੋਰ ਔਖੇ ਔਖੇ ਕੁਐਸਚਨ ਦੇਣ ਦੀ ਕੋਸ਼ਿਸ਼ ਕਰੂੰਗਾ। ਇਹ ਹੁੰਦਾ ਆ ਜੀ ਐਨਰਿਚਮੈਂਟ ਇੰਸਟਰਕਸ਼ਨ, ਕਿ ਐਡੀਸ਼ਨਲ ਐਕਟੀਵਿਟੀਜ਼ ਕਰਵਾਈਆਂ ਜਾਣ ਬੱਚੇ ਨੂੰ, ਪਰ ਆਪਾਂ ਬੱਚੇ ਨੂੰ ਅੱਗੇ ਕਲਾਸਾਂ ਵਿੱਚ ਨਹੀਂ ਭੇਜਦੇ। ਆਪਾਂ ਬੱਚੇ ਦੀਆਂ ਕਲਾਸਾਂ ਨਹੀਂ ਕਰਾਉਂਦੇ, ਆਪਾਂ ਬੱਚੇ ਨੂੰ ਆਪਾਂ ਹੋਰ ਨੈਕਸਟ ਕਲਾਸਿਸ ਦੇ ਵਿੱਚ ਜਾਂ ਫਿਰ ਸਕਿਪ ਨਹੀਂ ਕਰਾਉਂਦੇ ਕਲਾਸਾਂ। ਸੋ ਆਪਸ਼ਨ ਨੰਬਰ ਬੀ ਤਾਂ ਡਿਫਰੈਂਟ ਚੀਜ਼ ਹੋ ਗਈ। ਬਟ ਐਸਲਰੇਟਡ ਇੰਸਟਰਕਸ਼ਨ ਦੇ ਵਿੱਚ ਆਪਾਂ ਕਰਦੇ ਕੀ ਆ, ਜੇਕਰ ਬੱਚਾ ਵੀ ਹੈਗਾ ਆ ਬਹੁਤ ਵਧੀਆ ਹੈਗਾ ਆ, ਤੇ ਆਪਾਂ ਉਹਨੂੰ ਕਲਾਸਿਸ ਛਡਾ ਦਿੰਦੇ ਆ। ਤੇ ਜੇਕਰ ਬੱਚਾ ਤੀਜੇ 'ਚ ਸੀਗਾ, ਤੇ ਆਪਾਂ ਉਹਦੇ ਆਈਕਿਊ ਨੂੰ ਵੇਖ ਕੇ, ਦਿਮਾਗ ਨੂੰ ਵੇਖ ਕੇ ਕਿ ਦੇਖਦੇ ਹਾਂ ਵੀ ਗਿਫਟਡ ਸਟੂਡੈਂਟ ਹੈਗਾ, ਤੇ ਆਪਾਂ ਬੱਚੇ ਨੂੰ ਨੈਕਸਟ ਕਲਾਸਿਸ ਦੇ ਵਿੱਚ, ਜਿਵੇਂ ਚੌਥੀ ਕਲਾਸ ਸਕਿਪ ਕਰਵਾ ਕੇ 5ਵੀਂ ਕਲਾਸ ਵਿੱਚ ਉਹਨੂੰ ਦਾਖਲਾ ਦੇ ਦਿੰਦੇ ਹਾਂ। ਸੋ ਆਪਸ਼ਨ ਨੰਬਰ ਇਹ ਜਵਾਬ ਤੁਹਾਡਾ ਸਹੀ ਹੋਊਗਾ। ਇਹ ਤੇ ਲਗਾ ਲਿਓ ਟਿਕ। ਅਗਲਾ ਪ੍ਰਸ਼ਨ ਦੇਖੋ। ਅ ਚਾਈਲਡ ਹੇਅਰਸ ਨੋ ਸਪੀਚ ਸਾਊਂਡ ਐਟ ਨਾਰਮਲ ਕਨਵਰਸੇਸ਼ਨ ਲੈਵਲ, ਕਿ ਇੱਕ ਬੱਚਾ ਆ ਬੋਲਣ ਦੀਆਂ ਆਵਾਜ਼ਾਂ ਨਹੀਂ ਸੁਣ ਸਕਦਾ। ਆਮ ਜਿਹੜੀ ਗੱਲਬਾਤ ਹੁੰਦੀ ਹੈਗੀ ਆ ਵੀ ਉਹਨੂੰ ਸੁਣ ਨਹੀਂ ਪਾ ਰਿਹਾ। ਤੇ ਆਈਡੈਂਟੀਫਾਈ ਦਾ ਲੈਵਲ ਆਫ ਹੀਅਰਿੰਗ ਲਾਸ, ਕਿ ਉਹਨੂੰ ਕਿੰਨਾ ਕੁ ਹੀਅਰਿੰਗ ਲਾਸ ਹੋ ਚੁੱਕਿਆ, ਮਤਲਬ ਬਿਲਕੁਲ ਵੀ ਨਹੀਂ ਸੁਣ ਪਾ ਰਿਹਾ ਜਿਹੜਾ ਬੱਚਾ ਆ। ਤੇ ਉਹਨੂੰ ਤੁਸੀਂ ਕਹੋਗੇ ਕਿ ਘੱਟ ਸੁਣਨ ਦਾ ਜਿਹੜਾ ਪੱਧਰ ਹੈਗਾ ਆ, ਦੱਸੋ ਮਾਪ ਡੈਸੀਬਲ ਦੇ ਵਿੱਚ। ਸੁਣਨ ਦੇ ਮਾਪ ਨੂੰ ਤੁਸੀਂ ਡੈਸੀਬਲ ਦੇ ਵਿੱਚ ਕਨਵਰਟ ਕਰਦੇ ਹੋ, ਮਾਪਦੇ ਹੈਗੇ ਹੋ। ਸੋ ਇਹਦੇ ਵਿੱਚ 15 ਤੋਂ 20 ਡੈਸੀਬਲ ਹੋਊਗਾ, 20 ਤੋਂ 40 ਜਾਂ ਫਿਰ 60 ਤੋਂ 80 ਜਾਂ ਫਿਰ 50 ਤੋਂ 60। ਸਟੈਟਿਕ ਬੇਸਡ ਪ੍ਰਸ਼ਨ ਕਹਿ ਸਕਦੇ ਹੋ। ਪਹਿਲੇ ਹੀ ਆਪਸ਼ਨ ਦੇ ਵਿੱਚ ਜਿਹੜੀ ਆਪਸ਼ਨ ਲਿਖੀ ਹੋਈ ਆ, ਇਹਦਾ ਮਤਲਬ ਹੁੰਦਾ ਆ ਕਿ ਬੱਚਾ ਸਧਾਰਨ ਗੱਲਬਾਤ ਸੁਣ ਪਾ ਰਿਹਾ। ਬੀ ਦੇ ਵਿੱਚ ਉਹਨੂੰ ਮਾਈਨਰ ਹੀਅਰਿੰਗ ਲਾਸ ਹੈਗਾ ਆ। ਸੀ ਦੇ ਵਿੱਚ ਬੱਚਾ ਮੋਡਰੇਟ ਲੈਵਲ ਤੇ ਹੈਗਾ ਆ, ਸੌਰੀ ਮੋਡਰੇਟ ਨਹੀਂ ਹੈਗਾ। ਡੀ ਦੇ ਵਿੱਚ ਮੋਡਰੇਟ ਲੈਵਲ ਹੋਊਗਾ, ਕਿਉਂਕਿ ਇਹ 50 ਤੋਂ 60 ਬਣ ਰਿਹਾ ਨਾ। ਮੋਡਰੇਟ ਲੈਵਲ ਤੁਹਾਨੂੰ ਵੇਖਣ ਨੂੰ ਮਿਲੇਗਾ 50 ਤੋਂ 60। ਤੇ ਬਿਲਕੁਲ ਸੀਵੀਅਰ ਜਾਂ ਫਿਰ ਗੰਭੀਰ ਬਿਲਕੁਲ ਵੀ ਨਹੀਂ ਸੁਣ ਪਾਏਗਾ। 20 ਤੋਂ 40 ਤੱਕ ਬੱਚਾ ਥੋੜਾ ਥੋੜਾ ਸੁਣ ਪਾ ਰਿਹਾ, ਤੇ 50 ਤੋਂ 60 ਦੇ ਵਿੱਚ ਬਿਲਕੁਲ ਥੋੜਾ ਥੋੜਾ ਸੁਣ ਰਿਹਾ ਨਾ ਮਾਤਰ। ਪਰ 60 ਤੋਂ 80 ਦੇ ਵਿੱਚ ਬੱਚਾ ਨਾਰਮਲ ਗੱਲਬਾਤ ਵੀ ਨਹੀਂ ਸੁਣ ਪਾਏਗਾ। ਸੋ ਆਪਸ਼ਨ ਨੰਬਰ ਸੀ ਨੇ ਤੁਸੀਂ ਟਿਕ ਲਗਾ ਦੇਣਾ ਹੈ। ਇਹੀ ਤੁਹਾਡਾ ਸਹੀ ਜਵਾਬ ਹੈ। ਅਗਲਾ ਪ੍ਰਸ਼ਨ ਵੇਖਦੇ ਹਾਂ। ਵਟ ਇਜ਼ ਦ ਪ੍ਰੀਮਾਈਸ ਆਫ ਇਨਕਲੂਸਿਵ ਐਜੂਕੇਸ਼ਨ, ਕਿ ਸੰਮਿਲਿਤ ਸਿੱਖਿਆ ਦਾ ਕੀ ਆਧਾਰ ਹੈਗਾ ਆ, ਇਹਦੇ ਬਾਰੇ ਦੱਸਣਾ ਆ ਤੁਸੀਂ। ਐਜੂਕੇਸ਼ਨ ਸ਼ੁੱਡ ਬੀ ਪ੍ਰੋਵਾਈਡਡ ਟੂ ਓਨਲੀ ਸਪੈਸ਼ਲ ਚਾਈਲਡ, ਕਿ ਸਿਰਫ ਜਿਹੜਾ ਵਰਡ ਲਿਖਿਆ ਹੋਇਆ ਨਾ, ਇਹ ਆਪਣੇ ਆਪ ਦੇ ਵਿੱਚ ਹੀ ਨੈਗੇਟਿਵ ਹੈ। ਸਿਰਫ ਵਿਸ਼ੇਸ਼ ਬੱਚੇ ਨੂੰ ਸਿੱਖਿਆ ਦੇਣੀ ਚਾਹੀਦੀ ਹੈ। ਜਾਂ ਫਿਰ ਆਪਸ਼ਨ ਨੰਬਰ ਬੀ, ਐਜੂਕੇਸ਼ਨ ਇਜ਼ ਫॉर ਓਨਲੀ ਅੰਡਰ ਪ੍ਰਿਵਿਲੇਜਡ ਸੈਕਸ਼ਨ ਆਫ ਸੁਸਾਇਟੀ, ਕਿ ਸਿੱਖਿਆ ਸਿਰਫ ਸਮਾਜ ਦੇ ਪਛੜੇ ਵਰਗ ਲਈ ਹੈ। ਇੱਥੇ ਵੀ ਸਿਰਫ ਆ ਗਿਆ ਕਿ ਜਿਹੜੇ ਪਛੜੇ ਵਰਗ ਦੇ ਲੋਕ ਹੈਗੇ ਆ, ਸਿਰਫ ਸਿੱਖਿਆ ਉਹਨਾਂ ਦੇ ਲਈ ਹੈ। ਜਾਂ ਫਿਰ ਆਪਸ਼ਨ ਨੰਬਰ ਸੀ, ਐਜੂਕੇਸ਼ਨ ਇਜ਼ ਅ ਬੇਸਿਕ ਹਿਊਮਨ ਰਾਈਟ, ਕਿ ਸਿੱਖਿਆ ਮੁੱਢਲਾ ਮਨੁੱਖੀ ਅਧਿਕਾਰ ਹੈ। ਜਾਂ ਫਿਰ ਆਪਸ਼ਨ ਨੰਬਰ ਡੀ, ਐਜੂਕੇਸ਼ਨ ਇਜ਼ ਓਨਲੀ ਡਿਫਰੈਂਸ਼ੀਅਲੀ ਏਬਲਡ ਚਾਈਲਡ, ਕਿ ਸਿੱਖਿਆ ਸਿਰਫ ਵੱਖਰੇ ਤੌਰ ਤੇ ਸਮਰਥ ਬੱਚਿਆਂ ਲਈ ਹੈ। ਸਹੀ ਜਵਾਬ ਕੀ ਹੋਊਗਾ? ਵੈਸੇ ਜਦੋਂ ਆਪਾਂ ਇਨਕਲੂਸਿਵ ਐਜੂਕੇਸ਼ਨ ਦੀ ਗੱਲ ਕਰਦੇ ਹੈਗੇ ਆ, ਜਿਵੇਂ ਮੰਨ ਲਓ ਨਾਰਮਲ ਸਕੂਲ ਹੁੰਦੇ ਨੇ, ਜਿਵੇਂ ਕਿ ਆਪਾਂ ਜਿਨ੍ਹਾਂ ਵਿੱਚ ਪੜ੍ਹਾ ਰਹੇ ਹੁੰਦੇ ਆ, ਉੱਥੇ ਕੋਈ ਸਪੈਸ਼ਲ ਬੱਚਾ ਤੁਹਾਨੂੰ ਵੇਖਣ ਨੂੰ ਮਿਲਦਾ ਆ? ਬਿਲਕੁਲ ਮਿਲ ਜਾਂਦੇ ਆ। ਜਿਵੇਂ ਮੇਰੀ ਕਲਾਸ ਦੇ ਵਿੱਚ 2 ਸਪੈਸ਼ਲ ਬੱਚੇ ਹੈਗੇ ਆ। ਇੱਕ ਬੱਚੇ ਦੀ ਨਾ ਸਲਾਈਵਾ ਨਿਕਲਦੀ ਰਹਿੰਦੀ ਆ। ਮੈਂ ਜਿਵੇਂ ਕਿ 6ਵੀਂ ਕਲਾਸ ਦਾ ਇੰਚਾਰਜ ਹਾਂ, ਤੇ ਮੇਰੀ ਕਲਾਸ ਦੇ ਬੱਚੇ ਦੇ ਵਿੱਚ ਜਿਵੇਂ ਕਿ ਉਹਦੇ ਮੂੰਹ ਦੇ ਵਿੱਚੋਂ ਸਲਾਈਵਾ ਨਿਕਲਦੀ ਰਹਿੰਦੀ ਹੈ, ਤੇ ਉਹ ਤੁਰ ਫਿਰ ਨਹੀਂ ਸਕਦਾ। ਉਹਦੀ ਨਾ ਬੋਡੀ ਵਿੱਚ ਵੀ ਪ੍ਰੋਬਲਮ ਹੈਗੀ ਆ। ਤੇ ਇੱਕ ਹੋਰ ਬੱਚੀ ਆ ਜਿਹਦੀਆਂ ਨਾ ਅੱਖਾਂ ਬਾਹਰ ਨੂੰ ਆਈਆਂ ਹੋਈਆਂ, ਮਤਲਬ ਕਾਫੀ ਵੱਡੀਆਂ ਅੱਖਾਂ ਆ। ਈਵਨ ਜੇ ਉਹਦੇ ਨਾ ਅੱਖ ਦੇ ਉੱਤੇ ਹੱਥ ਵੱਜ ਜਾਵੇ ਤੇ
ਉਹ ਮਤਲਬ ਉਹਨਾਂ ਦਾ ਨੁਕਸਾਨ ਹੋ ਸਕਦਾ ਆ। ਸੋ ਇਸ ਕਰਕੇ ਮੈਂ ਕਹਿ ਦਿੰਦਾ ਹੁੰਨਾ ਵੀ ਤੁਸੀਂ ਭਾਵੇਂ ਸਕੂਲ ਨਾ ਵੀ ਆਓਗੇ ਤਾਂ ਵੀ ਆਪਾਂ ਕੰਮ ਚਲਾ ਲੈਣਾ ਆ। ਬਟ ਜੇਕਰ ਉਹ ਸਕੂਲ ਆਉਣਗੇ ਤੇ ਕੀ ਮੈਂ ਉਹਨੂੰ ਰੋਕ ਸਕਦਾ ਆ? ਬਿਲਕੁਲ ਨਹੀਂ ਰੋਕ ਸਕਦਾ। ਤੇ ਇਹਦਾ ਮਤਲਬ ਇਹ ਹੈ ਇਨਕਲੂਸਿਵ ਐਜੂਕੇਸ਼ਨ ਦੇ ਕਨਸੈਪਟ ਦੇ ਵਿੱਚ ਨਾਰਮਲ ਬੱਚਿਆਂ ਦੇ ਨਾਲ ਜਿਹੜੇ ਸਪੈਸ਼ਲ ਬੱਚੇ ਹੋਣਗੇ ਜੀ ਉਹ ਉਹਨਾਂ ਦੇ ਨਾਲ ਸਿੱਖ ਸਕਦੇ ਆ। ਜੇਕਰ ਮੇਰੇ ਕੋਲ ਕੋਈ ਸਪੈਸ਼ਲ ਬੱਚਾ ਆਇਆ ਤੇ ਮੰਨ ਲਓ ਵੀ ਉਹਨੇ ਦੂਸਰੀ ਬਿਲਡਿੰਗ ਤੇ ਜਾਣਾ ਆ ਤੇ ਮੇਰੇ ਸਕੂਲ ਵਿੱਚ ਪੌੜੀਆਂ ਦਾ ਜਾਂ ਫਿਰ ਪ੍ਰੋਪਰ ਜਿਹੜੀ ਲਿਫਟ ਲੱਗੀ ਹੁੰਦੀ ਆ ਉਹਦਾ ਪ੍ਰਬੰਧ ਨਹੀਂ ਹੈਗਾ, ਤੇ ਇਹ ਸਕੂਲ ਦੀ ਜ਼ਿੰਮੇਵਾਰੀ ਹੈ ਕਿ ਉਸ ਬੱਚੇ ਨੂੰ ਪ੍ਰਬੰਧ ਕਰਕੇ ਦੇਵੇ। ਜੇਕਰ ਮੇਰੀ ਕਲਾਸ ਵਾਲੇ 2 ਸਪੈਸ਼ਲ ਬੱਚੇ ਸਕੂਲ ਆ ਰਹੇ ਆ ਤੇ ਉਹਨਾਂ ਨੂੰ ਪ੍ਰੋਬਲਮ ਹੋ ਰਹੀ ਹੈ ਤੇ ਇਹ ਸਕੂਲ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਬੱਚਿਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਵੇ। ਸੋ ਇਹਦਾ ਮਤਲਬ ਇਹ ਹੈ ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਬੱਚਿਆਂ ਦੇ ਲਈ ਕੋਈ ਵੱਖਰੇ ਸਕੂਲ ਨਹੀਂ ਬਣਾਏ ਜਾਂਦੇ, ਨਾਰਮਲ ਸਕੂਲਾਂ ਦੇ ਵਿੱਚ ਹੀ ਆਪਾਂ ਸਪੈਸ਼ਲ ਬੱਚਿਆਂ ਨੂੰ ਪੜਾਉਂਦੇ ਹੈਗੇ ਆ। ਸੋ ਆਪਸ਼ਨ ਨੰਬਰ ਜਿਹੜਾ ਸੀ ਹੈ ਕਿ ਐਜੂਕੇਸ਼ਨ ਤਾਂ ਸਾਰਿਆਂ ਲਈ ਹੈ, ਬੇਸਿਕ ਹਿਊਮਨ ਰਾਈਟ ਹੈ, ਬੱਚਾ ਜਿੱਥੇ ਮਰਜ਼ੀ ਸਕੂਲ ਜਾ ਸਕਦਾ ਆ, ਆਪਾਂ ਬੱਚੇ ਨੂੰ ਨਹੀਂ ਰੋਕ ਸਕਦੇ। ਸੋ ਆਪਸ਼ਨ ਨੰਬਰ ਜਿਹੜਾ ਸੀ ਜਵਾਬ ਹੈਗਾ ਜੀ, ਤੁਸੀਂ ਇਹਨੂੰ ਲਗਾ ਲੈਣਾ ਹੈ ਟਿਕ। ਅੱਗੇ ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ, ਰਾਧਾ ਹੈਜ਼ ਐਡਿਕੁਏਟ ਇੰਟੈਲੀਜੈਂਸ ਐਂਡ ਅਟੈਂਡਸ ਕੁਆਲਿਟੀ ਸਕੂਲ ਵਿਦ ਨੋ ਹਿੰਡਰੈਂਸਸ but still has difficulty in calculations, logical and mathematical operations. From which type of learning disability is Radha suffering? ਗੱਲ ਕੀਤੀ ਜਾਂਦੀ ਹੈ ਰਾਧਾ ਨਾਮ ਦੀ ਲੜਕੀ ਦੀ। ਬਹੁਤ ਇੰਟੈਲੀਜੈਂਟ ਲੜਕੀ ਹੈਗੀ ਆ, ਬਿਨਾਂ ਕਿਸੇ ਰੋਕ ਟੋਕ ਦੇ, ਬਿਨਾਂ ਕਿਸੇ ਰੁਕਾਵਟ ਦੇ ਚੰਗੇ ਸਕੂਲ ਵਿੱਚ ਪੜ੍ਹਦੀ ਹੈਗੀ ਆ, ਪਰ ਹਾਲੇ ਵੀ ਉਸ ਨੂੰ ਹਿਸਾਬ ਮੈਥ ਦੀ ਗੱਲ ਕੀਤੀ ਜਾ ਰਹੀ ਹੈ, ਕੈਲਕੂਲੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ, ਤਰਕ ਅਤੇ ਹਿਸਾਬੀ ਮਾਮਲੇ ਵਿੱਚ ਦਿੱਕਤ ਆ ਰਹੀ ਹੈ। ਸੋ ਦੱਸੋ ਰਾਧਾ ਕਿਸ ਤਰ੍ਹਾਂ ਦੀ ਸਿੱਖਿਆ ਦੀ ਅਯੋਗਤਾ ਤੋਂ ਪੀੜਤ ਹੈ? ਕੀ ਤੁਸੀਂ ਇਹਨੂੰ ਡਿਸਲੈਕਸੀਆ ਕਹੋਗੇ ਜਾਂ ਫਿਰ ਡਿਸਗ੍ਰਾਫੀਆ ਜਾਂ ਫਿਰ ਡਿਸਕੈਲਕੂਲੀਆ ਜਾਂ ਫਿਰ ਡਿਟਰੋਰੇਸ਼ਨ? ਸਹੀ ਜਵਾਬ ਦੀ ਗੱਲ ਕਰਦੇ ਹਾਂ, ਉਹਨੂੰ ਮੈਥ ਦੇ ਵਿੱਚ ਸਮੱਸਿਆ ਆ ਰਹੀ ਹੈ। ਜੇਕਰ ਮੈਥ ਵਿੱਚ ਸਮੱਸਿਆ ਆ ਰਹੀ ਹੈ ਤੇ ਇਹਨੂੰ ਤੁਸੀਂ ਡਿਸਕੈਲਕੂਲੀਆ ਦਾ ਨਾਮ ਦਿੰਦੇ ਹੋ। ਆਪਸ਼ਨ ਨੰਬਰ ਸੀ ਜਵਾਬ ਤਾਂ ਤੁਹਾਡਾ ਹੋਊਗਾ ਸਹੀ। ਡਿਸਗ੍ਰਾਫੀਆ ਜਦੋਂ ਬੱਚੇ ਨੂੰ ਲਿਖਣ ਵਿੱਚ ਦਿੱਕਤ ਆਵੇ ਉਹਨੂੰ ਤੁਸੀਂ ਡਿਸਗ੍ਰਾਫੀਆ ਕਹਿ ਦਿੰਦੇ ਹੋ, ਤੇ ਡਿਸਲੈਕਸੀਆ ਦੇ ਵਿੱਚ ਜਦੋਂ ਬੱਚਾ ਵਰਡ ਨੂੰ ਪੁੱਠਾ ਸਿੱਧਾ ਪੜ੍ਹਦਾ ਆ, ਜਿਵੇਂ ਮੈਂ ਇੱਥੇ ਵਰਡ ਲਿਖਤਾ DOG ਤੇ ਬੱਚਾ ਡੌਗ ਨੂੰ ਪਤਾ ਕੀ ਪੜੂਗਾ? ਬੱਚਾ ਪੜੂਗਾ ਗੋਡ। ਇਸੇ ਤਰ੍ਹਾਂ ਬੱਚਾ ਨਾ ਕਨਫਿਊਜ਼ ਹੋਇਆ ਰਹਿੰਦਾ, ਜਿਵੇਂ ਈ ਵਰਡ ਲਿਖਿਆ ਹੋਇਆ ਉਹ ਕੁਝ ਇਸ ਤਰ੍ਹਾਂ ਲਿਖੂਗਾ ਉਹਨੂੰ, ਮਤਲਬ ਬੱਚਾ ਪੜੂਗਾ ਬਟ ਉਹ ਪੁੱਠਾ ਸਿੱਧਾ ਪੜੂਗਾ। ਇਹ ਪੜ੍ਹਨ ਅਤੇ ਲਿਖਣ ਤੋਂ ਸੰਬੰਧਿਤ ਸਮੱਸਿਆ ਕਹਿ ਸਕਦੇ ਹੋ ਡਿਸਲੈਕਸੀਆ ਨੂੰ। ਜੇਕਰ ਪੜੂਗਾ ਗਲਤ ਤੇ ਲਿਖੂਗਾ ਵੀ ਗਲਤ। ਤੇ ਇੱਕ ਮੂਵੀ ਆਈ ਸੀਗੀ ਤਾਰੇ ਜ਼ਮੀਨ ਪਰ ਆਮਿਰ ਖਾਨ ਦੀ, ਕਾਫੀ ਵਧੀਆ ਐਗਜ਼ਾਮਪਲ ਹੈਗੀ ਆ, ਕਾਫੀ ਵਾਰ ਐਗਜ਼ਾਮਪਲ ਮੈਂ ਦਿੱਤੀ ਵੀ ਹੈ ਵੀ ਉਹਦੇ ਵਿੱਚ ਜਿਹੜਾ ਇਸ਼ਾਨ ਨਾਮ ਦਾ ਲੜਕਾ ਹੁੰਦਾ ਆ ਉਹ ਡਿਸਲੈਕਸੀਆ ਤੋਂ ਹੀ ਪੀੜਤ ਹੁੰਦਾ ਆ। ਵੀ ਜੇਕਰ ਆਪਾਂ ਬੱਚੇ 'ਤੇ ਧਿਆਨ ਦਈਏ ਨਾ ਤੇ ਡਿਸਲੈਕਸੀਆ ਨਾਮ ਦਾ ਜਿਹੜਾ ਵੀ ਲਰਨਿੰਗ ਕਹਿ ਲਓ ਡਿਸੇਬਿਲਿਟੀ ਹੈਗੀ ਆ ਇਹਨੂੰ ਰਿਮੂਵ ਕੀਤਾ ਜਾ ਸਕਦਾ ਆ। ਬਟ ਇਸ ਪ੍ਰਸ਼ਨ ਦਾ ਜਵਾਬ ਤੁਸੀਂ ਲਗਾ ਲਓ ਸੀ। ਅਗਲਾ ਪ੍ਰਸ਼ਨ ਦੇਖ ਲੈਂਦੇ ਆ। The student who have the ability to use imagination and critical reasoning to generate, design new and meaningful ideas are called। ਵਿਦਿਆਰਥੀ ਜਿਨ੍ਹਾਂ ਕੋਲ ਕਲਪਨਾ ਕਰਨ ਅਤੇ ਆਲੋਚਨਾਤਮਕ ਕਾਰਨਾਂ ਨਾਲ ਨਵੇਂ ਅਤੇ ਮਤਲਬ ਭਰਪੂਰ ਵਿਚਾਰ ਪੈਦਾ ਕਰਨ ਦੀ ਸਮਰੱਥਾ ਹੋਵੇ, ਇਹਨੂੰ ਕਵਾਂਗੇ ਕੀ ਉਹਨਾਂ ਨੂੰ ਡਿਸੇਬਲ ਸਟੂਡੈਂਟ ਕਵਾਂਗੇ ਜਾਂ ਫਿਰ ਕ੍ਰੀਏਟਿਵ ਸਟੂਡੈਂਟ ਕਹੋਗੇ ਤੁਸੀਂ ਉਹਨਾਂ ਨੂੰ, ਐਡੋਲਸੈਂਟ ਸਟੂਡੈਂਟਸ ਕਹੋਗੇ ਜਾਂ ਫਿਰ ਸਪੈਸ਼ਲੀ ਏਬਲਡ ਸਟੂਡੈਂਟ ਕਹੋਗੇ? ਉਹਨਾਂ ਨੂੰ ਕੀ ਕਹੋਗੇ ਤੁਸੀਂ? ਜਿਹੜੇ ਸਟੂਡੈਂਟ ਦੀ ਕ੍ਰਿਟੀਕਲ ਰੀਜ਼ਨਿੰਗ ਨੂੰ ਜਾਂ ਫਿਰ ਇਮੈਜੀਨੇਸ਼ਨ ਦੀ ਵਰਤੋਂ ਕਰ ਸਕਦੇ ਆ, ਨਵੇਂ ਆਈਡੀਆਜ਼ ਬਣਾ ਸਕਦੇ ਹੈਗੇ ਆ, ਉਹਨਾਂ ਨੂੰ ਤੁਸੀਂ ਸਹੀ ਜਵਾਬ ਦੱਸੋ ਮੇਰੇ ਜਵਾਬ ਦੇਣ ਤੋਂ ਪਹਿਲਾਂ। ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਊਗਾ ਜੀ ਉਹ ਹੋਊਗਾ ਜੀ ਆਪਸ਼ਨ ਨੰਬਰ ਬੀ। ਆਪਸ਼ਨ ਨੰਬਰ ਬੀ ਰਚਨਾਤਮਕ ਵਿਦਿਆਰਥੀ। ਜੇਕਰ ਰਚਨਾਤਮਕ ਵਿਦਿਆਰਥੀ ਤੋਂ ਤੁਸੀਂ ਕੋਈ ਸਵਾਲ ਪੁੱਛੋਗੇ ਨਾ ਤੇ ਉਹਨੇ ਇੱਕ ਸਵਾਲ ਦੇ ਤੁਹਾਨੂੰ 10 ਜਵਾਬ ਵੀ ਦੇ ਦੇਣੇ ਆ। ਸੋ ਆਪਸ਼ਨ ਨੰਬਰ ਇਹਨਾਂ ਦੀ ਡਾਇਵਰਜੈਂਟ ਥਿੰਕਿੰਗ ਵੀ ਹੁੰਦੀ ਹੈਗੀ ਹੈ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਚਲੋ ਵੇਖਦੇ ਹਾਂ ਅੱਜ ਦਾ ਆਪਣਾ ਅਗਲਾ ਪ੍ਰਸ਼ਨ। ਇੱਥੇ ਫੇਰ ਕੁਐਸਚਨ ਆ ਗਿਆ ਕਿ ਰੋਹਨ ਨਾਮ ਦਾ ਲੜਕਾ ਆ ਉਹ 19 ਨੂੰ 91 ਲਿਖ ਰਿਹਾ, ਬੀ ਨੂੰ ਡੀ ਲਿਖ ਰਿਹਾ। ਇਹ ਕਿਹੜਾ ਕੇਸ ਹੈਗਾ ਆ? ਕੀ ਇਹ ਸਪੈਸ਼ਲ ਡਿਸੇਬਿਲਿਟੀ ਦਾ ਕੇਸ ਹੈ ਜਾਂ ਫਿਰ ਲਰਨਿੰਗ ਡਿਸੇਬਿਲਿਟੀ ਦਾ ਕੇਸ ਹੈ ਜਾਂ ਫਿਰ ਫਿਜ਼ੀਕਲ ਡਿਸੇਬਿਲਿਟੀ ਦਾ ਕੇਸ ਹੈਗਾ ਆ ਜਾਂ ਫਿਰ ਵਿਜ਼ੂਅਲ ਡਿਸੇਬਿਲਿਟੀ ਦਾ ਕੇਸ ਹੈ? ਕਿ ਰੋਹਨ ਨਾਮ ਦਾ ਲੜਕਾ 19 ਨੂੰ 91 ਲਿਖ ਰਿਹਾ, ਬੀ ਨੂੰ ਡੀ ਲਿਖਦਾ ਆ। ਇਹ ਸਥਿਤੀ ਹੈਗੀ ਆ ਸਥਾਨਕ ਸਪੈਸ਼ਲ ਅਯੋਗਤਾ ਦੀ, ਸਿੱਖਣ ਦੀ ਅਯੋਗਤਾ ਦੀ, ਸਰੀਰਕ ਅਯੋਗਤਾ ਦੀ ਜਾਂ ਫਿਰ ਆਪਸ਼ਨ ਨੰਬਰ ਡੀ ਦੇਖਣ ਦੀ ਅਯੋਗਤਾ ਦੀ।
ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਉਹ ਕੀ ਹੈ ਜੀ, ਇੱਥੇ ਤੁਹਾਡਾ ਹੋਣਾ ਆ ਜੀ, ਇਹ ਹੈਗੀ ਆ ਜੀ ਆਪਸ਼ਨ ਨੰਬਰ ਡੀ। ਤਾਂ ਗਲਤ ਹੋ ਗਿਆ। ਕਿਉਂ ਗਲਤ ਹੋ ਗਿਆ? ਕਿਉਂਕਿ ਬੱਚਾ ਵੇਖ ਤਾਂ ਪਾ ਰਿਹਾ ਨਾ। ਹੁਣ ਜੇਕਰ ਉਹ 19 ਨੂੰ 91 ਲਿਖ ਰਿਹਾ ਮਤਲਬ ਉਹਨੂੰ ਕੁਝ ਵਿਖ ਰਿਹਾ। ਸੋ ਆਪਸ਼ਨ ਨੰਬਰ ਡੀ ਤਾਂ ਕਰਕੇ ਗਲਤ ਹੋ ਗਿਆ। ਸਰੀਰਕ ਯੋਗਤਾ ਤਾਂ ਇਹਦੇ ਵਿੱਚ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ, ਬੱਚਾ ਲਿਖ ਵੀ ਰਿਹਾ। ਸਪੈਸ਼ਲ ਡਿਸੇਬਿਲਟੀ ਵੀ ਨਹੀਂ ਹੋਊਗਾ, ਬਟ ਆਪਸ਼ਨ ਨੰਬਰ ਤੁਹਾਡਾ ਬੀ ਸਹੀ ਹੋ ਜਾਣਾ ਆ। ਬੀ ਸਹੀ ਕਿਉਂ ਆ? ਕਿਉਂਕਿ ਇਹ ਇੱਕ ਲਰਨਿੰਗ ਡਿਸੇਬਿਲਟੀ ਆ। ਲਰਨਿੰਗ ਡਿਸੇਬਿਲਟੀ ਜਿਹੜੀ ਹੈਗੀ ਆ, ਜਿਹੜੀ ਕਿ ਡਿਸਲੈਕਸੀਆ ਨਾਮ ਦੀ ਲਰਨਿੰਗ ਡਿਸੇਬਿਲਟੀ ਹੈਗੀ ਹੈ, ਜਿਹਦੇ ਵਿੱਚ ਬੱਚਾ ਜਿਹੜਾ ਹੈਗਾ ਆ ਵਰਡ ਨੂੰ ਪੁੱਠਾ ਸਿੱਧਾ ਪੜ੍ਹਦਾ ਹੈ। ਜੇਕਰ ਪੁੱਠਾ ਸਿੱਧਾ ਪੜ੍ਹੇਗਾ ਤੇ ਲਿਖੇਗਾ ਵੀ ਗਲਤ। ਸੋ ਆਪਸ਼ਨ ਨੰਬਰ ਬੀ ਜਵਾਬ ਨੂੰ ਕਰ ਲਓ ਟਿਕ। ਬੀ ਜਵਾਬ ਨੂੰ ਤੁਸੀਂ ਟਿਕ ਕਰ ਲੈਣਾ ਹੈ। ਤੇ ਹੁਣ ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਫੋਕਸ ਆਫ ਇਨਕਲੂਸਿਵ ਐਜੂਕੇਸ਼ਨ ਇਜ਼। ਇਨਕਲੂਸਿਵ ਐਜੂਕੇਸ਼ਨ ਦਾ ਕੀ ਫੋਕਸ ਹੈ? ਕਿ ਸੰਮਿਲਿਤ ਸਿੱਖਿਆ ਕੇਂਦਰਿਤ ਹੁੰਦੀ ਹੈਗੀ ਹੈ ਕਾਹਦੇ ਤੇ? ਅਡੋਪਟਿੰਗ ਇਕੁਐਲਿਟੀ ਬੇਸਡ ਪ੍ਰੈਕਟਿਸਿਸ, ਅਡੋਪਟਿੰਗ ਜੈਂਡਰ ਬੇਸਡ ਪ੍ਰੈਕਟਿਸਿਸ, ਜਾਂ ਫਿਰ ਸੀ ਅਡੋਪਟਿੰਗ ਮਾਰਜਨਲਾਈਜ਼ਡ ਬੇਸਡ ਪ੍ਰੈਕਟਿਸਿਸ, ਜਾਂ ਫਿਰ ਅਡੋਪਟਿੰਗ ਇਕਵਿਟੀ ਬੇਸਡ ਪ੍ਰੈਕਟਿਸਿਸ। ਸਮਾਨਤਾ ਤੇ ਆਧਾਰਿਤ ਅਮਲਾਂ ਨੂੰ ਅਪਣਾਉਣ ਤੇ, ਲਿੰਗ ਦੇ ਆਧਾਰਿਤ ਅਮਲਾਂ ਨੂੰ ਅਪਣਾਉਣ ਤੇ, ਹਾਸ਼ੀਏ ਮਾਰਜਨਲਾਈਜ਼ ਤੇ ਆਧਾਰਿਤ ਅਮਲਾਂ ਨੂੰ ਅਪਣਾਉਣ ਤੇ, ਜਾਂ ਫਿਰ ਨਿਰਪੱਖਤਾ ਤੇ ਆਧਾਰਿਤ ਅਮਲਾਂ ਨੂੰ ਅਪਣਾਉਣ ਤੇ। ਸੋ ਵੇਖਦੇ ਹਾਂ ਇਹਦਾ ਜਵਾਬ ਕੀ ਹੋਊਗਾ। ਪਹਿਲਾਂ ਜਿਹੜੇ ਗਲਤ ਜਵਾਬ ਨੇ ਜੀ ਉਹਨਾਂ ਨੂੰ ਆਪਾਂ ਕੱਟ ਲੈਣੇ ਆ। ਜੈਂਡਰ ਦੀ ਨਹੀਂ ਆਪਾਂ ਗੱਲ ਕਰਦੇ। ਹੁਣੇ ਮੈਂ ਤੁਹਾਨੂੰ ਇਨਕਲੂਸਿਵ ਐਜੂਕੇਸ਼ਨ ਸਮਝਾਇਆ ਸੀ ਨਾ ਮੈਂ, ਤੇ ਕੀ ਆਪਾਂ ਉੱਤੇ ਕਿਤੇ ਜੈਂਡਰ ਦੀ ਗੱਲ ਕੀਤੀ? ਜੇਕਰ ਨਹੀਂ ਕੀਤੀ ਕਿ ਆਪਾਂ ਵੀ ਮੁੰਡੇ ਨੂੰ ਜ਼ਿਆਦਾ ਪੜ੍ਹਾਵਾਂਗੇ ਜਾਂ ਫਿਰ ਕੁੜੀਆਂ ਨੂੰ ਜ਼ਿਆਦਾ ਪੜ੍ਹਾਵਾਂਗੇ ਤੇ ਇੱਕ ਸਪੈਸੀਫਿਕ ਜੈਂਡਰ ਤੇ ਜ਼ਿਆਦਾ ਧਿਆਨ ਨਾ ਦੇਵਾਂਗੇ, ਬਿਲਕੁਲ ਨਹੀਂ। ਸੋ ਆਪਸ਼ਨ ਨੰਬਰ ਬੀ ਨੂੰ ਸਭ ਤੋਂ ਪਹਿਲਾਂ ਐਲੀਮੀਨੇਟ ਕਰੋ ਕਿ ਬੀ ਆਪਸ਼ਨ ਤਾਂ ਹੋ ਹੀ ਨਹੀਂ ਸਕਦੀ ਕਿਸੇ ਵੀ ਹਾਲ ਵਿੱਚ। ਹੁਣ ਵੇਖੋ ਇੱਥੇ ਲਿਖਿਆ ਹੋਇਆ ਆਪਸ਼ਨ ਨੰਬਰ ਸੀ, ਵੇਖੋ ਸੀ ਕੀ ਸਹੀ ਹੋ ਸਕਦਾ ਆ? ਮਾਰਜਨਲਾਈਜ਼ਡ ਕਿਹੜੇ ਹੁੰਦੇ ਆ? ਜਿਵੇਂ ਕਿ ਕਿਸੇ ਸਪੈਸੀਫਿਕ ਕਲਚਰ ਤੋਂ ਬਿਲੋਂਗ ਕਰਦੇ ਹੋਏ ਲੋਕ, ਉਹਨਾਂ ਨੂੰ ਤੁਸੀਂ ਕਹਿ ਲਓ ਕਿ ਜਿਹੜੇ ਕਿ ਸਮਾਜ ਤੋਂ ਦੂਰ ਹੁੰਦੇ ਜਾ ਰਹੇ ਆ, ਉਹਨਾਂ ਨੂੰ ਪ੍ਰੋਪਰ ਫੈਸਿਲਿਟੀਜ਼ ਨਹੀਂ ਮਿਲ ਪਾ ਰਹੀਆਂ, ਉਹਨਾਂ ਨੂੰ ਤੁਸੀਂ ਮਾਰਜਨਲਾਈਜ਼ਡ ਕਹਿੰਦੇ ਹੋ। ਸੋ ਆਪਸ਼ਨ ਨੰਬਰ ਸੀ ਤਾਂ ਗਲਤ ਹੋ ਗਿਆ। ਇਹਦੀ ਆਪਾਂ ਨਹੀਂ ਗੱਲ ਕਰ ਰਹੇ। ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਤਾਂ ਆਪਾਂ ਗੱਲ ਹੀ ਹੋਰ ਕਰਦੇ ਹਾਂ। ਸੋ ਆਪਸ਼ਨ ਨੰਬਰ ਸੀ ਨੂੰ ਵੀ ਕੱਟ ਦਿਓ। ਹੁਣ ਰਹਿ ਗਿਆ ਆਪਸ਼ਨ ਨੰਬਰ ਏ ਜਾਂ ਫਿਰ ਡੀ। ਹੁਣ ਜਦੋਂ ਮੈਂ ਤੁਹਾਨੂੰ ਇਨਕਲੂਸਿਵ ਐਜੂਕੇਸ਼ਨ ਦਾ ਟੌਪਿਕ ਹੁਣੇ ਸਮਝਾ ਰਿਹਾ ਸੀਗਾ, ਤੇ ਕੀ ਆਪਾਂ ਉੱਥੇ ਸਮਾਨਤਾ ਦੀ ਗੱਲ ਕੀਤੀ ਹੈ? ਜਿਵੇਂ ਮੰਨ ਲਓ ਕੋਈ ਬੱਚਾ ਸਪੈਸ਼ਲ ਸੀਗਾ, ਜਿਵੇਂ ਮੇਰੀ ਕਲਾਸ ਦਾ ਬੱਚਾ ਆ, ਉਹ ਵੀਲ ਚੇਅਰ 'ਤੇ ਆ ਰਿਹਾ, ਤੇ ਮੈਂ ਉਹਨੂੰ ਕਹੂੰਗਾ ਕਿ ਯਾਰ ਤੁਹਾਡੀ ਕਲਾਸ ਤਾਂ ਵੀ ਉੱਪਰਲੇ ਫਲੋਰ 'ਤੇ ਲੱਗ ਰਹੀ ਹੈ ਤੇ ਤੁਸੀਂ ਜਿਵੇਂ ਮਰਜ਼ੀ ਪਹੁੰਚੋ, ਮੈਂ ਨਹੀਂ ਤੁਹਾਨੂੰ ਕੋਈ ਰਿਆਇਤ ਨਹੀਂ ਮਿਲਣੀ ਹੈਗੀ ਹੈ। ਸੋ ਇਹ ਗੱਲ ਤਾਂ ਨਹੀਂ ਹੈਗੀ। ਮੈਂ ਉਹਨਾਂ ਦੇ ਨਾਲ ਸਮਾਨਤਾ ਤੇ ਆਧਾਰਿਤ ਅਮਲਾਂ ਨੂੰ ਅਪਣਾਉਣ ਤੇ ਨਹੀਂ ਜ਼ੋਰ ਪਾ ਰਿਹਾ ਕਿ ਵੀ ਮੈਂ ਸਮਾਨ ਨਿਗਾਹ ਨਾਲ ਨਹੀਂ ਦੇਖੂੰਗਾ ਉਹਨਾਂ ਨੂੰ ਸਪੈਸ਼ਲ ਕੇਅਰ ਦੀ, ਸਪੈਸ਼ਲ ਨੀਡ ਦੀ ਜ਼ਰੂਰਤ ਹੈਗੀ ਹੈ। ਸੋ ਮੈਂ ਉਹਨਾਂ ਚੀਜ਼ਾਂ ਦਾ ਧਿਆਨ ਰੱਖੂੰਗਾ। ਸੋ ਜੇਕਰ ਮੈਂ ਉਹਨਾਂ ਚੀਜ਼ਾਂ ਦਾ ਧਿਆਨ ਰੱਖੂੰਗਾ ਤੇ ਮੈਂ ਨਿਰਪੱਖਤਾ ਤੇ ਆਧਾਰਿਤ ਅਮਲਾਂ ਨੂੰ ਅਪਣਾਉਣ ਤੇ ਸਟ੍ਰੈਸ ਦਊਂਗਾ, ਜ਼ੋਰ ਦਊਂਗਾ। ਜੇਕਰ ਕਿਸੇ ਬੱਚੇ ਨੂੰ ਸਮੱਸਿਆ ਹੈਗੀ ਹੈ ਤੇ ਮੈਂ ਉਹਦੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕਰੂੰਗਾ। ਸੋ ਆਪਸ਼ਨ ਨੰਬਰ ਡੀ ਜਵਾਬ ਜਿਹੜਾ ਹੋਊਗਾ ਉਹ ਤੁਹਾਡਾ ਜਵਾਬ ਹੋਣਾ ਹੈ ਸਹੀ, ਤੇ ਬਾਕੀ ਦੇ ਜਵਾਬ ਹੋਣਗੇ ਜੀ ਗਲਤ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਜਿਹੜਾ ਕਿ ਸੈਕੰਡ ਲਾਸਟ ਪ੍ਰਸ਼ਨ ਹੈ, ਜਿਹਦੀ ਆਪਾਂ ਗੱਲ ਕਰਾਂਗੇ ਕਿ ਚਿਲਡਰਨ ਬਿਲੋਂਗਿੰਗ ਟੂ ਡਿਸਐਡਵਾਂਟੇਜਸ ਗਰੁੱਪ ਹੈਵ ਸਪੈਸ਼ਲ ਨੀਡਸ ਡਿਊ ਟੂ ਡਿਫਰੈਂਸਿਸ ਇਨ ਦੇਅਰ। ਕਿ ਵਾਂਝੇ ਸਮੂਹ ਨਾਲ ਸੰਬੰਧਿਤ ਬੱਚਿਆਂ ਦੀਆਂ ਖਾਸ ਜ਼ਰੂਰਤਾਂ ਉਹਨਾਂ ਵਿੱਚ ਕਿਸ ਅੰਤਰ ਕਾਰਨ ਹੁੰਦੀਆਂ ਹੈਗੀਆਂ ਨੇ ਜੀ? ਡੈਮੋਨਸਟ੍ਰੇਸ਼ਨਲ ਪ੍ਰੈਕਟਿਸਿਸ, ਜਾਂ ਫਿਰ ਕਲਚਰਲ ਪ੍ਰੈਕਟਿਸਿਸ, ਇੰਡੀਵਿਜੂਅਲ ਪ੍ਰੈਕਟਿਸਿਸ, ਯੂਨੀਵਰਸਲ ਪ੍ਰੈਕਟਿਸਿਸ। ਕਿ ਪ੍ਰਦਰਸ਼ਨੀ ਅਭਿਆਸ ਕਰਕੇ, ਸੱਭਿਆਚਾਰਕ ਅਭਿਆਸ ਕਰਕੇ, ਵਿਅਕਤੀਗਤ ਅਭਿਆਸ ਕਰਕੇ, ਜਾਂ ਫਿਰ ਸਰਵ ਵਿਆਪਕ ਅਭਿਆਸ ਕਰਕੇ। ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਊਗਾ ਜੀ ਉਹ ਕੀ ਹੋਣਾ ਹੈ? ਹੁਣ ਤੁਸੀਂ ਦੱਸੋ ਮੈਨੂੰ। ਜਦੋਂ ਆਪਾਂ ਗੱਲ ਕਰਦੇ ਹਾਂ ਮਾਰਜਨਲਾਈਜ਼ਡ, ਜਿਹੜੀ ਟਰਮ ਹੁਣੇ ਆਈ ਸੀ ਨਾ, ਆ ਤੁਸੀਂ ਵੇਖੋ, ਆ ਜਿਹੜੀ ਟਰਮ ਆਈ ਸੀਗੀ ਇਹਦੀ ਹੀ ਗੱਲ ਕੀਤੀ ਜਾ ਰਹੀ ਹੈ। ਜਿਹੜੀ ਮਾਰਜਨਲਾਈਜ਼ਡ ਟਰਮ ਆਈ ਸੀਗੀ, ਜਾਂ ਫਿਰ ਇਹਨਾਂ ਨੂੰ ਤੁਸੀਂ ਡਿਸਐਡਵਾਂਟੇਜਸ ਗਰੁੱਪ ਵੀ ਕਹਿ ਦਿੰਦੇ ਹੋ, ਇਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵਿੱਚ ਤੁਹਾਨੂੰ ਡਿਫਰੈਂਸਿਸ ਦੇਖਣ ਨੂੰ ਮਿਲਦੇ ਹੈ। ਕਿਉਂ? ਸੋ ਇਹਦਾ ਸਹੀ ਜਵਾਬ ਕੀ ਹੋਊਗਾ ਜੀ? ਐਂਡ ਜਦੋਂ ਆਪਾਂ ਕਬੀਲਿਆਂ ਦੀ ਗੱਲ ਕਰਦੇ ਹਾਂ, ਕਬੀਲਾਈ ਸਮਾਜ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ST ਆ ਜਾਂਦੇ ਆ, ਸ਼ਡਿਊਲ ਟ੍ਰਾਈਬਸ ਆ ਜਾਂਦੀਆਂ ਨੇ, ਉਹਨਾਂ ਦੀ ਗੱਲ ਕੀਤੀ ਜਾਂਦੀ ਹੈ। ਸੋ ਉਹਨਾਂ ਦੇ ਵਿੱਚ ਤੁਹਾਨੂੰ ਜਿਹੜੇ ਵੀ ਫਰਕ ਵਗੈਰਾ ਵੇਖਣ ਨੂੰ ਮਿਲਦੇ ਹੈਗੇ ਆ ਕਿ ਵਾਂਝੇ ਸਮੂਹ ਨਾਲ ਸੰਬੰਧਿਤ ਬੱਚਿਆਂ ਦੀਆਂ ਖਾਸ ਜ਼ਰੂਰਤਾਂ ਉਹਨਾਂ ਵਿੱਚ ਕਿਸ ਕਾਰਨ ਹੁੰਦੀਆਂ ਨੇ ਜੀ? ਕਲਚਰਲ ਪ੍ਰੈਕਟਿਸ ਕਰਕੇ ਉਹਨਾਂ ਵਿੱਚ ਤੁਹਾਨੂੰ ਜਿਹੜੇ ਇਹ ਫਰਕ ਹੈਗੇ ਆ ਜੀ ਇਹ ਵੇਖਣ ਨੂੰ ਮਿਲਦੇ ਹੈਗੇ ਆ। ਸੋ ਆਪਸ਼ਨ ਨੰਬਰ ਬੀ ਜਵਾਬ ਹੋਊਗਾ ਜੀ ਤੁਹਾਡਾ ਸਹੀ। ਤੇ ਚੱਲਦੇ ਹਾਂ ਜੀ ਅੱਜ ਦੇ ਆਪਣੇ ਲਾਸਟ ਪ੍ਰਸ਼ਨ ਦੇ ਉੱਤੇ। ਆਈਡੀਆ ਸਟੈਂਡਸ ਫॉर। ਆਈਡੀਆ ਇੱਕ ਟਰਮ ਹੈਗੀ ਆ ਜਿਹਦੇ ਵਿੱਚ ਇਹਨਾਂ ਨੇ ਆਈਡੀਆ ਇੱਕ ਇਹਦੀ ਫੁੱਲ ਫਾਰਮ ਬਣਨੀ ਆ ਵੀ ਦੱਸੋ ਇਹਦਾ ਬਣਨਾ ਕੀ ਹੈਗਾ ਆ।
ਤੇ ਮੈਂ ਇਹਦਾ ਸਹੀ ਜਵਾਬ ਵੀ ਦੱਸੂਗਾ ਐਂਡ ਇਹਨਾਂ ਵਿੱਚੋਂ ਵੀ ਦੱਸੂਗਾ ਵੀ ਕਿਹੜਾ ਸਹੀ ਜਵਾਬ ਹੈਗਾ ਆ। ਸੋ ਦੱਸੋ ਆਈਡੀਆ ਤੋਂ ਭਾਵ ਹੈ ਇੰਡੀਵਿਜੂਅਲ ਵਿਦ ਡਿਫਰੈਂਟ ਐਜੂਕੇਸ਼ਨ ਐਕਟ, ਜਾਂ ਫਿਰ ਆਪਸ਼ਨ ਨੰਬਰ ਬੀ ਇੰਡੀਵਿਜੂਅਲ ਵਿਦ ਡਿਸੇਬਿਲਿਟੀ ਐਜੂਕੇਸ਼ਨ ਐਕਟ, ਜਾਂ ਫਿਰ ਆਪਸ਼ਨ ਨੰਬਰ ਸੀ ਇੰਡੀਵਿਜੂਅਲ ਵਿਦ ਡਿਸੇਬਿਲਿਟੀ ਐਜੂਕੇਸ਼ਨਲ ਐਕਟ, ਜਾਂ ਫਿਰ ਆਪਸ਼ਨ ਨੰਬਰ ਡੀ ਇੰਡੀਵਿਜੂਅਲ ਵਿਦ ਡਿਸੇਬਲਡ ਐਜੂਕੇਸ਼ਨ ਐਕਟ। ਕੁਝ ਸੈਂਟੈਂਸਸ ਤੁਹਾਨੂੰ ਸੇਮ ਲੱਗ ਰਹੇ ਹੋਣੇ ਆ, ਬਟ ਇਸ ਪ੍ਰਸ਼ਨ ਦਾ ਜਿਹੜਾ ਜਵਾਬ ਸੀਗਾ ਜੀ ਲਾਸਟ ਟਾਈਮ ਵਿਭਾਗ ਵੱਲੋਂ ਇੱਕ ਗ੍ਰੇਸ ਮਾਰਕ ਦਿੱਤੀ ਹੋਈ ਹੈ। ਵੀ ਗ੍ਰੇਸ ਮਾਰਕ ਕਿਉਂ ਦਿੱਤਾ ਹੋਇਆ ਇਸ ਪ੍ਰਸ਼ਨ ਨੂੰ, ਇਹਦੇ ਬਾਰੇ ਪਹਿਲਾਂ ਤਾਂ ਮੈਂ ਤੁਹਾਨੂੰ ਸਹੀ ਜਵਾਬ ਦੱਸ ਦਿੰਦਾ ਆ ਵੀ ਆਪਸ਼ਨ ਨੰਬਰ ਤੁਸੀਂ ਨਾ ਬੀ ਦੇ ਵਿੱਚ, ਜੇ ਤੁਸੀਂ ਆਪਸ਼ਨ ਨੰਬਰ ਬੀ ਨੂੰ ਲਗਾਉਂਦੇ ਹੋ ਤਾਂ ਜਿਹੜੇ ਡਿਸੇਬਿਲਿਟੀ ਦੇ ਸਪੈਲਿੰਗ ਨੇ ਇਹ ਤੁਹਾਨੂੰ ਸਹੀ ਕਰਨੇ ਪੈਣੇ ਆ। LITY ਲਿਖਿਆ ਹੋਇਆ ਨਾ, ਇੱਥੇ ਮੈਂ ਸਹੀ ਸਪੈਲਿੰਗ ਲਿਖ ਦਿੰਦਾ ਆ DISABILITIES, ਸਹੀ ਸਪੈਲਿੰਗ ਇਹ ਬਣਨੇ ਆ, LITY ਨਹੀਂ ਬਣਨੇ ਸੀਗੇ, LITIES ਬਣਨੇ ਸੀਗੇ। ਸੋ ਜੇਕਰ ਤੁਸੀਂ ਡਿਸੇਬਿਲਿਟੀ ਵਰਡ ਨੂੰ ਇਹਦੇ ਨਾਲ ਰਿਪਲੇਸ ਕਰ ਦਿੰਦੇ ਹੋ ਤਾਂ ਤੁਹਾਡਾ ਸਹੀ ਜਵਾਬ ਬਣ ਜਾਣਾ ਸੀਗਾ ਆਪਸ਼ਨ ਨੰਬਰ ਬੀ। ਬਾਕੀ ਦੇ ਸਾਰੇ ਜਵਾਬ ਹੋ ਜਾਣਗੇ ਜੀ ਗਲਤ। ਆਈਡੀਆ ਦੇ ਜਿਹੜੇ ਵੀ ਆ ਸੀਗੇ ਜੀ ਫੁੱਲ ਫਾਰਮ ਸੀਗੇ ਜੀ, ਇਹਨੂੰ ਤੁਸੀਂ ਯਾਦ ਕਰ ਲਿਓ। ਤੇ ਇਹ ਸੀਗਾ ਜੀ ਅੱਜ ਦਾ ਆਪਣਾ ਲਾਸਟ ਪ੍ਰਸ਼ਨ। ਆਉਣ ਵਾਲੇ ਦਿਨਾਂ ਵਿੱਚ ਮੇਰੇ ਦੁਆਰਾ ਸਾਰੀ CDP ਕੰਪਲੀਟ ਕਰਵਾ ਦਿੱਤੀ ਜਾਊਗੀ। ਸੈਸ਼ਨ ਦੇ ਸਟਾਰਟਿੰਗ ਤੇ ਹੀ ਮੈਂ ਲਿਖਿਆ ਸੀਗਾ 500 ਪ੍ਰਸ਼ਨ, ਤੇ ਮੈਂ ਤੁਹਾਨੂੰ 400 ਤੋਂ ਲੈ ਕੇ 500 ਪ੍ਰਸ਼ਨ ਕਰਵਾ ਦੇਣੇ ਆ, ਜਿਹਦੇ ਵਿੱਚੋਂ ਹੀ ਪੇਪਰ ਬਣਨਾ ਆ। ਇਹ ਤੋਂ ਬਾਹਰ ਪੇਪਰ ਨਹੀਂ ਜਾਣਾ। ਬਾਕੀ ਮੇਰੀ 6 ਘੰਟੇ ਵਾਲੀ ਜੇਕਰ ਤੁਸੀਂ ਵੀਡੀਓ ਦੇਖ ਲੈਂਦੇ ਹੋ CDP ਮੈਰਾਥਨ ਥਿਊਰੀ ਵਾਲੀ ਕਲਾਸ ਦੀ, ਤਾਂ ਤੁਹਾਡੇ ਲਗਭਗ ਸਾਰੇ ਜਿਹੜੇ ਪ੍ਰਸ਼ਨ ਨੇ ਜੀ ਉਹ ਹੱਲ ਹੋ ਜਾਣਗੇ। ਸੋ ਦੋਸਤੋ ਸੈਸ਼ਨ ਕਾਫੀ ਯੂਜ਼ਫੁਲ ਹੈਗਾ ਸੀ। ਜੇਕਰ ਤੁਹਾਨੂੰ ਸੈਸ਼ਨ ਯੂਜ਼ਫੁਲ ਲੱਗਿਆ ਹੈ ਤਾਂ ਸੈਸ਼ਨ ਨੂੰ ਕਰ ਦਿਓ ਲਾਈਕ। ਤੁਹਾਡੇ 10 ਵਿੱਚੋਂ ਕਿੰਨੇ ਨੰਬਰ ਬਣੇ ਨੇ ਇਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ। ਤੇ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।